अपने अपने सब डिवीज़न ते अपने अपने पुलिस स्टेशन च ये कब तकड़े होके इन्हां दे खिलाफ अपनी अपनी शिकायत आ जिहड़ी वो परचा दर्ज कराउण लई FIR दर्ज कराउण लई जिहड़ी आ वो तुसीं ਜ਼ਰੂਰ ਕਰੋ। ਪਰਚਿਆਂ ਦੀ ਜਿਹੜੀ ਰਾਜਨੀਤੀ ਆ, ਭਾਵੇਂ ਉਹ ਜੈਜ਼ੀ ਦੀ ਹੋਵੇ, ਭਾਵੇਂ ਉਦਮ ਸਿੰਘ ਹੋਵੇ, ਭਾਵੇਂ ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਆਪਣੀਆਂ ਗੱਲਾਂ ਕਹੀਆਂ ਹੋਣ, ਇਹ ਸਟੇਟ ਏਜੰਸੀਆਂ, ਸਟੇਟ ਸਰਕਾਰਾਂ, ਹੋਰ ਲੋਕ ਵੇਖਣ। ਨੌਜਵਾਨਾਂ ਨੂੰ ਅਗਰ ਆਪਾਂ ਇਸ ਚੀਜ਼ ਦੇ ਵਿੱਚ ਫਸਾਵਾਂਗੇ ਤੇ ਨੌਜਵਾਨਾਂ ਨੂੰ ਇਹ ਨਾ ਪਰਚਿਆਂ ਦੀ ਸਮਝ ਪੈਣੀ ਆ, ਨਾ ਇਸ ਆਈਡੀਓਲੋਜੀ ਦੀ ਸਮਝ ਉਸ ਤਰੀਕੇ ਨਾਲ ਉਹਨਾਂ ਦੇ ਨਜ਼ਰ ਵਿੱਚ ਪੈਣੀ। ਉਲਟਾ ਇੱਕ ਹੋਰ ਹੀ ਗੱਲ ਬਣ ਜਾਣੀ ਆ ਵੀ ਯੂਥ ਜਿਹੜਾ ਵਾ ਉਹ ਇਸ ਪਾਸੇ ਨੂੰ, ਕਿਸ ਪਾਸੇ ਨੂੰ ਆਪਾਂ ਉਹ ਗਲਤ ਰਾਹ ਨੂੰ ਜਾਵਾਂਗੇ, ਪਰਚਿਆਂ ਵਾਲੇ ਰਾਹ ਨੂੰ। ਹਾਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਅਸੀਂ ਇਹਨਾਂ ਦਾ ਸਮਰਥਨ ਨਹੀਂ ਕਰਦੇ। ਤੁਸੀਂ ਆਪ ਬੁਲੰਦੀਆਂ ਤੇ ਪਹੁੰਚ ਕੇ ਸਾਡੇ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਖਾਲਿਸਤਾਨ ਦੀ ਲੜਾਈ ਲੜੋ, ਸਾਡੇ ਬੱਚਿਆਂ ਨੂੰ ਕਹਿੰਦੇ ਹੋ ਵੀ ਹਥਿਆਰ ਚੱਕੋ ਮੋਢੇ ਤੇ। ਇਹ ਬਰਦਾਸ਼ਤ ਨਹੀਂ ਹੋਣਾ। ਦਲਜੀਤ ਦੋਸਾਂਝ ਤੇ ਆ ਜੈਜੀ ਵੀ ਚੰਗੀ ਤਰ੍ਹਾਂ ਸੁਣ ਲੈ। ਜਿਹੜਾ ਮਕਸਦ ਨਾਲ MP ਸਾਹਿਬ ਨੇ ਇਹ ਗੱਲ ਕਹੀ ਆ ਬਿੱਟੂ ਜੀ ਨੇ, ਉਹ ਮਕਸਦ ਹੱਲ ਨਹੀਂ ਹੋਊਗਾ। ਨਾ ਪੰਨੂ ਨੇ ਨਾ ਧਾਰੀਵਾਲ ਨੇ, ਇਹਨਾਂ ਨੇ ਤਾਂ ਵੜਨਾ ਨਹੀਂ ਆਪਣੇ ਦੇਸ਼ ਤੇ ਇਸ ਕਰਕੇ ਇਹ ਤਾਂ ਪਰੇ ਬੈਠੇ ਜੋ ਮਰਜ਼ੀ ਭਗੌੜੇ ਕਰੀ ਜਾਣ ਗੱਲਾਂ। ਇੱਕ ਕੀ ਕਹਿ ਰਿਹਾ ਨੌਜਵਾਨਾਂ ਨੂੰ, ਆਪ ਜਨਾਬ ਬੈਠੇ ਆ ਕੈਨੇਡਾ 'ਚ ਤੇ ਇੱਥੇ ਨੌਜਵਾਨਾਂ ਨੂੰ ਕਹਿ ਰਹੇ ਆ ਨਾਲ ਜੋੜ ਕੇ ਦੇਖੋ 84 ਦੀ 84 ਦੀ ਉਹ ਤੋਂ ਵੱਡੀ ਦੁਖਦਾਂ ਕੋਈ ਗੱਲ ਹੋ ਹੀ ਨਹੀਂ ਸਕਦੀ ਤੇ ਅਸੀਂ ਸਦਾ ਹੀ ਉਸ ਗੱਲ ਲਈ ਮੈਂ ਸਮਝਦਾ ਜਿੰਨੇ ਦੁਖੀ ਆ, ਜਿੰਨੇ ਉਹ ਗੱਲ ਨਾਲ ਮੈਂ ਸਮਝਦਾ ਹਮੇਸ਼ਾ ਜਿਹੜੀ ਉਹ ਅਸੀਂ ਕਿਸੇ ਨੂੰ ਮਾਫੀ ਨਹੀਂ ਦੇਵਾਂਗੇ ਤੇ ਨਾ ਕੋਈ ਪੰਜਾਬੀ ਜਾਂ ਸਿੱਖ ਕੋਈ ਦੇਗਾ ਤੇ ਉਹ ਹਮੇਸ਼ਾ ਸਾਡੇ ਯਾਦ 'ਚ ਜ਼ਿਹਨ 'ਚ ਉਹ ਗੱਲ ਰਹੇਗੀ। ਅਸੀਂ ਕੋਈ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈਗੇ, ਅਸੀਂ ਕੋਈ ਖਾਲਿਸਤਾਨ ਨੂੰ ਜਿਹੜਾ ਇਸ ਚੀਜ਼ ਨੂੰ ਐਂਡਰੋਸ ਕਰਦਾ ਉਹਦੇ ਨਾਲ ਕੋਈ ਹਮਾਇਤੀ ਨਹੀਂ ਹੈਗੇ। ਲੇਕਿਨ ਇਹਦੇ ਨਾਲ ਆਪਾਂ ਨੂੰ ਇਹ ਵੀ ਸਮਝਣਾ ਚਾਹੀਦਾ ਵੀ ਆਹ ਜਿਹੜੇ ਆਰਟਿਸਟ ਆ ਜਾਂ ਸਿੰਗਰ ਆ, ਇਹ ਇਹਦੇ ਕਸੂਰਵਾਰ ਨਹੀਂ ਆ। ਇਹਦਾ ਕਸੂਰਵਾਰ ਕਿਤੇ ਨਾ ਕਿਤੇ ਉਸ ਸਮੇਂ ਅਗਰ ਨੁਕਸਾਨ ਭੋਗਿਆ ਤੇ ਮੈਂ ਖਾਸ ਤੌਰ ਤੇ ਕਹੂੰਗਾ ਉਦੋਂ ਤੁਸੀਂ ਵੇਖੋਗੇ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਜੀ ਦੀ ਹੱਤਿਆ ਹੋਈ, ਕਿਸ ਤਰੀਕੇ ਨਾਲ ਬੇਅੰਤ ਸਿੰਘ ਪਰਿਵਾਰ ਦੇ ਵਿੱਚ ਆਪਣਾ ਕੀ ਕਹਿੰਦੇ ਉਹਨਾਂ ਦਾ ਨੁਕਸਾਨ ਹੋਇਆ, MP ਸਾਹਿਬ ਦੇ ਪਰਿਵਾਰ ਨੇ ਭੁਗਤਿਆ। ਲੇਕਿਨ ਜਿਹੜੇ ਸਿਆਸੀ ਲੋਕਾਂ ਨੇ ਇਹਦੇ ਫਾਇਦੇ ਲਿੱਤੇ ਆ, ਉਹ ਭਾਵੇਂ ਬਾਦਲ ਪਰਿਵਾਰ ਹੋਣ, ਜਿਹੜੇ ਸਾਡੇ ਢਿੱਲੋਂ ਸਾਹਿਬ ਇਸ ਵੇਲੇ ਮੌਜੂਦਾ ਯੂਥ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦੀ ਸਾਰੀ ਟੀਮ ਦਲਜੀਤ ਦੋਸਾਂਝ ਤੇ ਜੈਜ਼ੀ ਬੀ, ਇਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਜੇ ਪੰਜਾਬ ਦੇ ਲੋਕ ਸਾਨੂੰ ਬੁਲੰਦੀਆਂ ਤੇ ਪਹੁੰਚਾ ਸਕਦੇ ਆ ਤੇ ਜੇ ਤੁਸੀਂ ਦੇਸ਼ ਦੇ ਦੁਸ਼ਮਣ ਬਣ ਜਾਓਗੇ, ਪੰਜਾਬ ਦੇ ਦੁਸ਼ਮਣ ਬਣ ਜਾਓਗੇ ਤਾਂ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਹੀ ਲੋਕ ਤੁਹਾਨੂੰ ਸਲਾਖਾਂ ਪਿੱਛੇ ਦੇਖਣਾ ਚਾਹਣਗੇ। ਲੇਕਿਨ ਆਪਾਂ ਇਹ ਪਰਚਿਆਂ ਦੀ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੀਦਾ। ਇਹ ਸਾਡੇ ਵੱਡੇ ਸਤਿਕਾਰਯੋਗ ਕਰਨ, ਸਾਡੇ MLA ਸਬਾਨ ਕਰਨ, ਸਾਡੇ ਮੰਤਰੀ ਸਬਾਨ ਕਰਨ, ਸਾਡੀ ਪਾਰਟੀ ਦਾ ਜੋ ਫੈਸਲਾ ਹੋਊਗਾ ਉਹ ਮੰਨਾਂਗੇ। ਲੇਕਿਨ ਅੱਜ ਦੇ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਕਲੈਰਿਟੀ ਆ, ਯੂਥ ਕਾਂਗਰਸ ਕੋਈ ਪਰਚਾ ਨਹੀਂ ਕਰਾਊਗੀ, ਯੂਥ ਕਾਂਗਰਸ ਕੋਈ ਕੰਪਲੇਂਟ ਨਹੀਂ ਦੇਊਗੀ। ਜੇ ਕੋਈ ਦੇਣਾ ਚਾਹੁੰਦਾ ਉਹ ਨਿੱਜੀ ਤੌਰ ਤੇ ਆਪਣੀ ਕੰਪਲੇਂਟ ਦੇ ਸਕਦਾ ਜੇ ਕਿਸੇ ਦੇ ਸੈਂਟੀਮੈਂਟ ਹਰਟ ਹੋਇਆ। ਲੇਕਿਨ ਓਫੀਸ਼ੀਅਲੀ ਪਾਰਟੀ ਦੇ ਵਿੱਚ ਨਾ ਅਸੀਂ ਇਸ ਦੇ ਉੱਤੇ ਕੋਈ ਪਰਚਾ ਦੇਣਾ ਚਾਹੁੰਦੇ ਹਾਂ, ਪਰ ਨਾ ਹੀ ਅਸੀਂ ਇਸ ਚੀਜ਼ ਨੂੰ ਕਿਤੇ ਅੱਗੇ ਵਧਾਉਣਾ ਚਾਹੁੰਦੇ ਹਾਂ। ਮਸ਼ਹੂਰ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਅਤੇ ਜੈਜੀ ਬੀ ਖਿਲਾਫ ਕੇਸ ਦਰਜ ਕਰਵਾਉਣ ਦੀ ਗੱਲ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪੁੱਠੀ ਪੈ ਗਈ ਲੱਗਦੀ ਹੈ। ਸੋਸ਼ਲ ਮੀਡੀਆ ਤੇ ਜਿੱਥੇ ਲੋਕ ਰਵਨੀਤ ਬਿੱਟੂ ਦਾ ਵਿਰੋਧ ਕਰ ਰਹੇ ਨੇ, ਉੱਥੇ ਹੀ ਹੁਣ ਕਾਂਗਰਸ ਆਗੂ ਵੀ ਬਿੱਟੂ ਨਾਲ ਇਤਫਾਕ ਰੱਖਦੇ ਹਨ। ਬੀਤੇ ਦਿਨੀ ਬਿੱਟੂ ਨੇ ਦਿਲਜੀਤ ਦੋਸਾਂਝ ਅਤੇ ਜੈਜੀ ਬੀ ਤੇ ਖਾਲਿਸਤਾਨ ਦੀ ਹਮਾਇਤ ਦੇ ਦੋਸ਼ ਲਾਏ ਸੀ ਅਤੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਦਿਲਜੀਤ ਅਤੇ ਜੈਜੀ ਬੀ ਖਿਲਾਫ ਕੇਸ ਦਰਜ ਕਰਵਾਉਣ ਲਈ ਕਿਹਾ ਸੀ। ਬਿੱਟੂ ਦੀ ਅਪੀਲ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਬਿੱਟੂ ਨੂੰ ਕੋਰਾ ਜਵਾਬ ਦੇ ਦਿੱਤਾ ਹੈ। ਢਿੱਲੋਂ ਨੇ ਕਿਹਾ ਕੇਸ ਦਰਜ ਕਰਵਾਉਣ ਵਾਲੀ ਰਾਜਨੀਤੀ ਗਲਤ ਹੈ ਅਤੇ ਦਿਲਜੀਤ ਦੋਸਾਂਝ ਨੇ ਅਜਿਹਾ ਕੁਝ ਗਲਤ ਨਹੀਂ ਕੀਤਾ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਹਾਨੂੰ ਪਤਾ ਬਹੁਤ ਹੀ ਤਾਕਤਾਂ ਜਿਹੜੀਆਂ ਉਹ ਦੇਸ਼ ਦੇ ਮਗਰ ਲੱਗੀਆਂ ਏ, ਚਾਹੇ ਪਾਕਿਸਤਾਨ ਹੋਵੇ, ਚਾਹੇ ਚਾਈਨਾ ਹੋਵੇ ਤੇ ਚਾਹੇ ਸਾਡੇ ਆਪ ਦੇ ਲੋਕ ਨੇ ਜਿਹੜੇ ਉਹ ਦੁਸ਼ਮਣ ਬਣੇ ਹੋਏ ਨੇ। ਚਾਹੇ ਜਥੇਦਾਰ ਸਾਹਿਬ ਦੀ ਗੱਲ ਕੀਤੀ ਜਾਵੇ, ਉਹ ਚਲੋ ਗੱਲ ਮੈਂ ਕਰਾਂਗਾ ਉਸ ਚੀਜ਼ ਦਾ ਹਿਸਾਬ, ਪਰ ਜਿਹੜੇ ਸਾਡੇ ਲੋਕਾਂ ਦੇ ਵਿਆਹਾਂ ਤੇ, ਲੋਕਾਂ ਦੇ ਖੁਸ਼ੀਆਂ ਦੇ ਵਿੱਚ, ਲੋਕਾਂ ਨੂੰ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਜਾ ਕੇ ਤੇ ਲੋਕਾਂ ਨੇ ਉਹਨਾਂ ਨੂੰ ਮਾਣ ਦਿੱਤਾ, ਉਹਨਾਂ ਦਾ ਦੇਸ਼ ਦੁਨੀਆ 'ਚ ਨਾਂ ਬਣਾਇਆ,
ਉਹਨਾਂ ਚੋਂ ਜੈਜ਼ੀ ਬੀ ਤੇ ਦੂਜਾ ਦਿਲਜੀਤ ਦੋਸਾਂਝ। ਮੈਂ ਹੈਰਾਨ ਹੋ ਗਿਆ। ਮੇਰਾ ਇਹ 'ਚ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਮੇਰਾ ਕੋਈ ਇਹ 'ਚ ਆਪ ਦਾ ਸਵਾਰਥ ਨਹੀਂ ਗਾ। ਕੋਈ ਸਿਰਫ ਤੇ ਸਿਰਫ ਜੇ ਗੱਲ ਆ ਉਹ ਦੇਸ਼ ਦੀ ਆ, ਦੇਸ਼ ਤੋਂ ਉੱਤੇ ਕੁਛ ਨਹੀਂ। ਜੇ ਆਪਾਂ ਆਪਣੇ ਦੇਸ਼ ਦੇ, ਆਪਣੇ ਮਿੱਟੀ ਦੇ ਨਾ ਬਣ ਸਕੇ, ਆਪਣੀ ਮਾਂ ਦੇ ਨਾ ਬਣ ਸਕੇ, ਤੇ ਮੈਂ ਸਮਝਦਾ ਫਿਰ ਲੱਖ ਲਾਹਨਤ ਆ ਆਪਣੇ ਇਸ ਦੇਸ਼ ਦੀ ਧਰਤੀ ਤੇ ਪੈਦਾ ਹੋਣ ਤੇ। ਜੇ ਇੱਕ ਆਪਾਂ ਨੂੰ ਮਾਂ ਪੈਦਾ ਕਰਨ ਵਾਲੀ ਆ, ਤੇ ਇਹ ਧਰਤੀ ਮਾਂ ਜਿਹੜੀ ਸਾਨੂੰ ਸਭ ਕੁਝ ਦਿੰਦੀ ਆ, ਅੱਜ ਉਹਦੇ ਦੁਸ਼ਮਣ ਜਿਹੜੇ ਲੋਕ ਬਣੇ ਬੈਠੇ ਆ। ਕਿਉਂਕਿ ਇਹ ਮੈਂ ਕਿਉਂ ਕਹਿ ਰਿਹਾ, ਤੁਸੀਂ ਕਹੋਗੇ ਬਾਰ-ਬਾਰ ਕਿਉਂ ਗੱਲ ਕਰ ਰਹੇ ਆ, ਕਿਉਂ? ਕਿਉਂਕਿ ਜਿਹੜਾ ਉਹਨਾਂ ਨੇ ਰੈਫਰੈਂਡਮ 2020 ਰੱਖਿਆ, ਉਹਦੀ ਜਿਹੜੀ ਵੋਟਿੰਗ ਆ, ਉਹਦੀ ਮੈਂਬਰਸ਼ਿਪ ਆ ਜਿਹੜੀ, ਉਹ ਜੁਲਾਈ 4 ਤੋਂ ਸ਼ੁਰੂ ਕਰਤੀ ਹੈ। ਤੇ ਰੋਜ਼ ਤੁਹਾਡੇ ਟੈਲੀਫੋਨਸ ਤੇ ਮੈਸੇਜ ਆਉਂਦੇ ਆ। ਉਹਦੀ ਕੋਈ ਗੱਲ ਨਹੀਂ, ਉਹ ਗੁੱਤ ਵਾਲੇ ਪੰਨੂ ਨੂੰ ਸਾਂਭ ਲਾਂਗੇ, ਜਾਂ ਇੱਕ ਹੋਰ ਉਹ ਟੈਲੀਵਿਜ਼ਨ ਜਾਂ ਸ਼ੁਰੂ ਉੱਤੇ ਟੀਵੀ ਤੇ ਧਾਰੀਵਾਲ ਕੋਈ ਬੋਲਦਾ, ਉਹ ਸਭ ਸਾਂਭੇ ਜਾਣਗੇ। ਇੱਥੇ ਦੇਖਦੇ ਆ ਉਹਨਾਂ ਦਾ ਕੌਣ ਕੌਣ ਆ ਤੇ ਕਿਵੇਂ ਉਹਨਾਂ ਨਾਲ ਨਜਿੱਠਿਆ ਜਾਏਗਾ। ਉਹ ਸਾਰੀਆਂ ਗੱਲਾਂ ਧਮਕੀ ਦੇਣ ਵਾਲੀ ਗੱਲ ਨਹੀਂ ਗੀ, ਪਰ ਜਿਹੜਾ ਸਾਡੇ ਦੇਸ਼ ਵੱਲ ਦੇਖੇਗਾ, ਉਹ ਅਸੀਂ ਤੇ ਸਾਡਾ ਦੇਸ਼ ਦਾ ਕਾਨੂੰਨ, ਸੰਵਿਧਾਨ, ਸਰਕਾਰ ਉਹਨੂੰ ਨਹੀਂ ਬਖਸ਼ੇਗੀ। ਉਹ ਉੱਥੇ ਬੈਠੇ ਬੜੀਆਂ ਬੜੀਆਂ ਗੱਲਾਂ ਜ਼ਰੂਰ ਕਰਦੇ ਆ, ਪਰ ਇਹਨਾਂ ਨੇ ਨਾ ਪੰਨੂ ਨੇ ਨਾ ਧਾਰੀਵਾਲ ਨੇ, ਇਹਨਾਂ ਨੇ ਤਾਂ ਵੜਨਾ ਨਹੀਂ ਆਪਣੇ ਦੇਸ਼ 'ਚ। ਤੇ ਇਸ ਕਰਕੇ ਇਹ ਤਾਂ ਪਰੇ ਬੈਠੇ ਜੋ ਮਰਜ਼ੀ ਭਗੌੜੇ ਕਰੀ ਜਾਣ ਗੱਲਾਂ। ਪਰ ਇਹ ਮੈਂ ਤੁਹਾਨੂੰ ਜਿਹੜੀ ਅੱਜ ਗੱਲ ਕਰਨ ਜਾ ਰਿਹਾ, ਜਿਹੜਾ ਜੈਜ਼ੀ ਬੀ ਤੇ ਦੋਸਾਂਝ ਅੱਜ ਬੇਸ਼ੱਕ ਕੈਨੇਡਾ 'ਚ ਬੈਠੇ ਆ, ਪਰ ਜਿੱਦਣ ਇਹ ਲਾਕਡਾਊਨ ਖੁੱਲ੍ਹਣੇ ਆ, ਜਿੱਦਣ ਇਹ ਜਿਹੜਾ ਕੋਵਿਡ ਆ, ਕਰੋਨਾ ਨੇ ਜਾਣਾ, ਮਹਾਮਾਰੀ ਨੇ, ਸਭ ਕੁਝ ਜਹਾਜ਼, 에ਅਰਲਾਈਨਸ ਚੱਲਣੀਆਂ ਸ਼ੁਰੂ ਹੋ ਜਾਣੀਆਂ, ਮੁੜ ਕੇ ਇਹਨਾਂ ਨੇ ਪੰਜਾਬ 'ਚ ਹੀ ਆਉਣਾ। ਇੱਕ ਕੀ ਕਹਿ ਰਿਹਾ ਨੌਜਵਾਨਾਂ ਨੂੰ, ਆਪ ਜਨਾਬ ਬੈਠੇ ਆ ਕੈਨੇਡਾ 'ਚ, ਤੇ ਇੱਥੇ ਨੌਜਵਾਨਾਂ ਨੂੰ ਕਹਿ ਰਹੇ ਆ ਨਾਲ ਜੋੜ ਕੇ, ਦੇਖੋ 84 ਦੀ, 84 ਦੀ, ਉਹ ਤੋਂ ਵੱਡੀ ਦੁਖਦਾਂ ਕੋਈ ਗੱਲ ਹੋ ਹੀ ਨਹੀਂ ਸਕਦੀ। ਤੇ ਅਸੀਂ ਸਦਾ ਹੀ ਉਸ ਗੱਲ ਲਈ, ਮੈਂ ਸਮਝਦਾ ਜਿੰਨੇ ਦੁਖੀ ਆ, ਜਿੰਨੇ ਉਹ ਗੱਲ ਨਾਲ ਮੈਂ ਸਮਝਦਾ ਹਮੇਸ਼ਾ ਜਿਹੜੀ ਉਹ ਅਸੀਂ ਕਿਸੇ ਨੂੰ ਮਾਫੀ ਨਹੀਂ ਦੇਵਾਂਗੇ, ਤੇ ਨਾ ਕੋਈ ਪੰਜਾਬੀ ਜਾਂ ਸਿੱਖ ਕੋਈ ਦੇਏਗਾ, ਤੇ ਉਹ ਹਮੇਸ਼ਾ ਸਾਡੇ ਯਾਦ 'ਚ, ਜ਼ਿਹਨ 'ਚ ਉਹ ਗੱਲ ਰਹੇਗੀ। ਜਿੱਥੇ ਗੱਲ ਇਹ ਬਲੂ ਸਟਾਰ ਦੀ ਕਰਦੇ ਆ, ਗੁਰਦੁਆਰਾ ਸਾਹਿਬ, ਤੁਸੀਂ ਤਾਂ ਉੱਥੇ ਬੈਠੇ ਹੋ, ਅਸੀਂ ਤਾਂ ਰੋਜ਼ ਦਰਬਾਰ ਸਾਹਿਬ ਦੇ ਸਾਡੇ ਪੰਜਾਬੀ ਜਾ ਕੇ ਦਰਸ਼ਨ ਕਰਦੇ ਆ, ਤੇ ਸਾਤੋਂ ਵੱਧ ਸਾਡੇ, ਅਸੀਂ ਗੁਰੂ ਦੇ ਥੋਤੋਂ ਕਿਤੇ ਵੱਧ ਆ। ਅਸੀਂ ਤਾਂ ਗੁਰੂ ਦੇ, ਤੁਸੀਂ ਤਾਂ ਕਦੇ ਦਰਬਾਰ ਸਾਹਿਬ ਸ਼ਾਇਦ ਪਤਾ ਨਹੀਂ ਸਦੀਆਂ ਹੋ ਗਈਆਂ ਹੋਣੀਆਂ ਤੁਹਾਨੂੰ ਦਰਸ਼ਨ ਕੀਤਿਆਂ ਨੂੰ। ਤੇ ਇਸ ਕਰਕੇ ਤੁਸੀਂ ਆ ਜਿਹੜੇ ਦੋ ਨੇ, ਉਹਨਾਂ ਦੀਆਂ ਗੱਲਾਂ ਛੱਡੋ, ਪੰਨੂ ਤੇ ਧਾਰੀਵਾਲ ਦੀਆਂ। ਤੁਸੀਂ ਜਿਹੜੇ ਦੋ ਬੰਦੇ ਹੋ, ਜਿਹੜੇ ਸਿੰਗਰ ਉਰੇ ਹੋ, ਜਿਹਨੂੰ ਤੁਹਾਨੂੰ ਬਣਾਇਆ, ਜਿਨ੍ਹਾਂ ਨੇ ਉਰੇ ਹੋ, ਤੇ ਉਰੇ ਹੀ ਤੁਸੀਂ ਆ ਕੇ ਇੰਡਸਟਰੀ 'ਚ ਕੰਮ ਕਰਨਾ। ਤੇ ਤੁਸੀਂ ਦੋਸਾਂਝ ਸਾਹਿਬ ਕਹਿ ਰਹੇ ਹੋ ਸਾਡੇ ਨੌਜਵਾਨਾਂ ਨੂੰ ਵੀ ਮੋਢੇ ਤੇ ਕਹੀ ਦੀ ਥਾਂ ਬੰਦੂਕ ਰੱਖ ਲਓ, ਰੰਗਰੂਟ ਬਣ ਜਾਓ। ਇਸ ਗੱਲ ਤੇ ਉਹ ਦੂਜਾ ਮੈਂ ਵੀਡੀਓ ਨਾਲ ਛੋਟੀ ਕਲਿੱਪ ਆ ਜਿਹੜਾ ਉਹ ਤੁਹਾਨੂੰ ਨਾਲ ਪਾ ਰਿਹਾ, ਜਿਹਦੇ ਵਿੱਚ ਇਹ ਬਾਲ ਖੜੇ ਹੋਣ ਕਰਨ ਵਾਲਾ ਜੈਜ਼ੀ ਬੀ, ਉਰਿਓਂ ਤੁਸੀਂ ਬਣਾਇਆ, ਉਰਿਓਂ। ਮੈਂ ਨਹੀਂ ਇਹ ਗੱਲ ਕਹਿੰਦਾ, ਉਹਨਾਂ ਦੇ ਗਾਣੇ ਪਸੰਦ ਹੋ ਸਕਦੇ ਆ, ਉਹਨਾਂ ਦੀ ਪਿਕਚਰਾਂ ਪਸੰਦ ਹੋ ਸਕਦੀਆਂ, ਪਰ ਆਪਣੀ ਧਰਤੀ ਤੋਂ, ਆਪਣੇ ਪੰਜਾਬ ਤੋਂ ਵੱਧ, ਜਿੱਥੇ ਸਾਨੂੰ ਜਨਮ ਦਿੱਤਾ, ਉਹ ਤੋਂ ਵੱਧ ਕੋਈ ਨਹੀਂ। ਉਹਨਾਂ ਦਾ ਹੀ ਖਾ ਕੇ, ਤੇ ਅੱਜ ਉਹ ਕਹਿ ਰਿਹਾ ਵੀ ਖਾਲਿਸਤਾਨ ਦੀ ਮੰਗ ਆ ਜਿਹੜੀ ਉਹ ਮੈਂ ਕਰਦਾ, ਤੇ ਨਾਲ ਇੱਕ ਗਾਣਾ ਵੀਡੀਓ ਪਾ ਰਿਹਾ ਵੀ ਬੰਦੂਕਾਂ ਕਿਸੇ ਦੇ ਹੱਥ 'ਚ ਕੋਈ, ਕਿਸੇ ਦੇ ਹੱਥ 'ਚ ਕੋਈ, ਵੀ ਇਹ ਬੰਦੂਕਾਂ ਚੱਕੋ। ਤੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਜਿੰਨੇ ਵੀ ਮੇਰੇ ਨਾਲ ਮੇਰੇ ਸਾਥੀ 2008 ਦੇ ਵਿੱਚ ਜਿਹੜੀ ਯੂਥ ਕਾਂਗਰਸ ਦੀ ਇਲੈਕਸ਼ਨ ਹੋਈ ਸੀ, ਉਸ ਵੇਲੇ ਦੇ ਸਾਰੇ ਹੀ ਮੇਰੇ ਨਾਲ ਦੇ ਸਟੇਟ ਬਾਡੀ, ਚਾਹੇ ਵਾਈਸ ਪ੍ਰੈਜ਼ੀਡੈਂਟ, ਜਨਰਲ ਸੈਕਟਰੀ, ਸੈਕਟਰੀ ਸਾਹਿਬਾਨ, ਮੇਰੇ ਸਾਰੇ ਹੀ ਉਸ ਵੇਲੇ ਦੇ ਜ਼ਿਲ੍ਹੇ ਪ੍ਰਧਾਨ, ਉਸ ਵੇਲੇ ਬਲਾਕ ਪ੍ਰੈਜ਼ੀਡੈਂਟ, ਡੈਲੀਗੇਟਸ, ਜਨਰਲ ਸੈਕਟਰੀ, ਸੈਕਟਰੀਜ਼, ਵਾਈਸ ਪ੍ਰੈਜ਼ੀਡੈਂਟਸ, ਸਾਰੇ 2008 ਦੀ ਟੀਮ ਨੂੰ ਮੇਰੀ ਬੇਨਤੀ ਆ, ਤੇ ਆਪਣੇ ਆਪਣੇ ਜਿਹੜਾ ਵੀ ਨੇੜੇ ਪੁਲਿਸ ਸਟੇਸ਼ਨ ਆ, ਸਬ ਡਿਵੀਜ਼ਨ ਆ, SDM ਆ, DC ਆ, ਇੰਸਪੈਕਟਰ ਆ, ਮੰਡੇ ਤੇ ਟਿਊਜ਼ਡੇ ਦੋਨੋਂ ਦਿਨ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ, ਵੀ ਇਹਨਾਂ ਦੇ ਖਿਲਾਫ ਪਰਚੇ ਦਰਜ ਹੋਣ। ਸਾਡੇ ਦੇਸ਼ ਦੇ ਦੇਸ਼ ਧਰੋਹ ਇਹਨਾਂ ਨੇ ਕੀਤਾ, ਜਿਵੇਂ ਪੰਨੂ ਦੇ ਖਿਲਾਫ ਹੋ ਰਹੇ ਆ,
ਤੇ ਹੁਣ ਵਾਲੀ ਨਾਲ ਮੈਂ ਇਹ ਵੀ ਜ਼ਰੂਰ ਕਹਾਂ, ਉਹ ਮੇਰੀ ਯੂਥ ਕਾਂਗਰਸ ਵੇਲੇ ਜਿਹੜਾ ਅਸੀਂ ਉਸ ਵੇਲੇ ਕੰਮ ਕੀਤਾ, ਉਹਨਾਂ ਦੇ ਨਾਲ ਉਦੋਂ ਬਾਅਦ ਸਾਡੇ ਪ੍ਰੈਜ਼ੀਡੈਂਟ ਵਿਕਰਮਜੀਤ ਜੀ ਰਹੇ, ਉਹਨਾਂ ਦੀ ਸਾਰੀ ਟੀਮ ਜਿਹੜੀ ਉਸ ਵੇਲੇ ਦੇ ਯੂਥ ਕਾਂਗਰਸ ਦੇ ਲੀਡਰ ਰਹੇ, ਤੇ ਲਾਲੀ ਜੀ ਜਿਹੜੀ ਉਹਨਾਂ ਦੀ ਉਸ ਵੇਲੇ ਦੀ ਜਿਹੜੀ ਸਾਰੀ ਯੂਥ ਕਾਂਗਰਸ ਦੀ ਟੀਮ ਰਹੀ, ਤੇ ਹੁਣ ਜਿਹੜੇ ਸਾਡੇ ਢਿੱਲੋਂ ਸਾਹਿਬ ਇਸ ਵੇਲੇ ਮੌਜੂਦਾ ਯੂਥ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦੀ ਸਾਰੀ ਟੀਮ। ਇਕੱਠ ਜ਼ਿਆਦਾ ਨਹੀਂ ਕਰਨਾ ਕਿਉਂਕਿ ਕੋਵਿਡ ਆ, ਸਾਰੇ ਰਲ ਕੇ ਇੱਕ ਦੋ ਜਾਣੇ, ਇਹ ਸਾਰੇ ਚਾਰਾਂ ਯੂਥ ਕਾਂਗਰਸ ਦੇ ਵਿੱਚੋਂ ਮੇਰੀ ਸਾਰੇ ਸੀਨੀਅਰ ਜਿਹੜੇ, ਕਿਉਂਕਿ ਅਸੀਂ ਹੁਣ 2008 ਵਾਲੇ ਬੈਚ ਵਾਲੇ ਆ, ਤੇ ਉਦੋਂ ਬਾਅਦ ਵਾਲੇ ਸਾਰਿਆਂ ਨੂੰ ਨਾਲ ਲੈ ਕੇ, ਕਿਉਂਕਿ ਸਾਰੇ ਤੁਸੀਂ ਕਾਂਗਰਸ ਪਾਰਟੀ 'ਚ ਇਕੱਠੇ ਕੰਮ ਕਰਦੇ ਹੋ, ਇਹਨਾਂ ਦੇ ਖਿਲਾਫ ਦੋਨਾਂ ਦੇ, ਦਲਜੀਤ ਦੋਸਾਂਝ ਤੇ ਜੈਜ਼ੀ ਬੀ, ਇਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ, ਜੇ ਪੰਜਾਬ ਦੇ ਲੋਕ ਸਾਨੂੰ ਬੁਲੰਦੀਆਂ ਤੇ ਪਹੁੰਚਾ ਸਕਦੇ ਆ, ਤੇ ਜੇ ਤੁਸੀਂ ਦੇਸ਼ ਦੇ ਦੁਸ਼ਮਣ ਬਣ ਜਾਓਗੇ, ਪੰਜਾਬ ਦੇ ਦੁਸ਼ਮਣ ਬਣ ਜਾਓਗੇ, ਤਾਂ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਹੀ ਲੋਕ ਤੁਹਾਨੂੰ ਸਲਾਖਾਂ ਪਿੱਛੇ ਦੇਖਣਾ ਚਾਹਣਗੇ। ਤੇ ਹੁਣ ਆਪਣਾ ਸਮਝ ਲਿਓ, ਤੁਸੀਂ ਹੁਣ ਖਾਲਿਸਤਾਨ 'ਚ ਰਹਿਣਾ ਹੈ ਜਾਂ ਇਹ ਦੋਨੋਂ ਸਿੰਗਰਾਂ ਨੇ ਪੰਜਾਬ 'ਚ ਆਉਣਾ ਹੈ, ਇਹ ਹੁਣ ਆਪਣਾ ਫੈਸਲਾ ਕਰ ਲਿਓ ਕੁਝ ਦਿਨਾਂ ਦੇ ਵਿੱਚ। ਤੇ ਮੈਂ ਬਾਕੀ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬੜੇ ਮੈਂ ਹੁਣ ਕੀ ਦੱਸਾਂ ਵੀ ਕਿੰਨਾ ਨਾਂ ਲੋਕਾਂ ਨੇ ਪੰਜਾਬ ਦਾ ਰੋਸ਼ਨ ਕੀਤਾ, ਸਾਡੇ ਮਹਾਨ ਸੰਗੀਤਕਾਰ, ਗੀਤਕਾਰ, ਇੰਡਸਟਰੀ ਦੇ ਵਿੱਚ। ਪਰ ਇਹ ਪਤਾ ਨਹੀਂ ਕਿੱਥੋਂ 2-3 ਬੰਦੇ ਇਕੱਠੇ ਹੋ ਗਏ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਦਾ ਹੀ ਇਹ ਨੁਕਸਾਨ ਕਰਨ ਲੋਕ ਲੱਗ ਗਏ। ਤੇ ਇਸ ਕਰਕੇ ਇਹ ਕੈਨੇਡਾ 'ਚ, ਉੱਥੇ ਅਮਰੀਕਾ 'ਚ ਬਹਿ ਕੇ ਗੱਦੇ ਭਿੰਗੜੇ ਪਾਇਓ। ਹੁਣ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਇਹ ਤੁਹਾਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਕਿਉਂਕਿ ਤੁਸੀਂ ਜਿਸ ਪੰਜਾਬ ਦਾ ਖਾਧਾ ਪੀਤਾ, ਉਸੇ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੇ ਪਿਆਸੇ ਹੋ ਗਏ। ਉਹ ਤੁਸੀਂ ਇਹ ਕਹੋ ਵੀ ਅਸੀਂ ਕਿਸੇ ਨੌਜਵਾਨਾਂ ਨੂੰ ਇਸ ਇੰਡਸਟਰੀ 'ਚ ਕੰਮ ਦਿਵਾਉਂਦੇ ਆ, ਅਸੀਂ ਬਾਹਰ ਲੈ ਕੇ ਜਾਂਦੇ ਆ, ਅਸੀਂ ਉਰੇ ਇੰਸਟੀਚਿਊਟ ਖੋਲ੍ਹਦੇ ਆ ਵੱਡੇ, ਕਿਸ ਤਰੀਕੇ ਨਾਲ ਜਿਹੜਾ ਇਹ ਉਹ ਨੌਜਵਾਨ ਚੰਗੇ ਸਿੰਗਰ ਬਣ ਸਕਣ, ਚੰਗੇ ਉਹ ਐਕਟਰ ਬਣ ਸਕਣ। ਤੁਸੀਂ ਆਪ ਬੁਲੰਦੀਆਂ ਤੇ ਪਹੁੰਚ ਕੇ ਸਾਡੇ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਖਾਲਿਸਤਾਨ ਦੀ ਲੜਾਈ ਲੜੋ, ਸਾਡੇ ਬੱਚਿਆਂ ਨੂੰ ਕਹਿੰਦੇ ਹੋ ਵੀ ਹਥਿਆਰ ਚੱਕੋ ਮੋਢੇ ਤੇ। ਇਹ ਬਰਦਾਸ਼ਤ ਨਹੀਂ ਹੋਣਾ। ਦਲਜੀਤ ਦੋਸਾਂਝ ਤੇ ਆ ਜੈਜੀ ਵੀ ਚੰਗੀ ਤਰ੍ਹਾਂ ਸੁਣ ਲੈ, ਹੁਣ ਪੰਜਾਬ 'ਚ ਆਉਣਾ ਤਾਂ ਪੰਜਾਬ ਤੇ ਧਰਤੀ ਮਾਂ ਦੀ, ਪੰਜਾਬ ਤੇ ਦੇਸ਼ ਦੀ ਗੱਲ ਕਰਨੀ ਪਏਗੀ। ਜੇ ਪੰਜਾਬ ਤੋਂ ਬਾਹਰ ਰਹਿਣਾ ਤਾਂ ਫਿਰ ਤੁਹਾਨੂੰ ਮੁਬਾਰਕ ਆ, ਖਾਲਿਸਤਾਨ ਦੀ ਗੱਲ ਕਿਸੇ ਦੀ ਗੱਲ ਕਰੋ। ਪਰ ਜੇ ਉਰੇ ਦੇਸ਼ 'ਚ ਆਉਣਾ, ਮੈਂ ਕੋਈ ਧਮਕੀ ਨਹੀਂ ਦੇ ਰਿਹਾ, ਪਰ ਅੰਦਰ ਭਾਂਬੜ ਮੱਚਦੇ ਆ ਜਦੋਂ ਸਾਡੇ ਦੇਸ਼ ਦੇ ਖਿਲਾਫ ਬਾਹਰ ਬਹਿ ਕੇ ਮਨਸੂਬੇ, ਤੇ ਕਿਵੇਂ ਜਰਜੀਆ ਆ ਦੇਖਿਆ ਟੈਲੀਵਿਜ਼ਨ ਸਾਰਾ ਦਿਨ ਲਾਈਵ ਆਉਂਦਾ ਰਿਹਾ। 20 ਨੌਜਵਾਨ ਸਾਡੇ ਚਾਈਨਾ ਤੇ, ਉਹਨਾਂ ਨੂੰ ਤੁਸੀਂ ਲੈਟਰ ਲਿਖ ਕੇ ਇਹ ਕਹੋ ਵੀ ਸਾਡਾ ਸਾਥ ਦਿਓ ਪੰਨੂ ਸਾਹਿਬ ਤੇ ਇਹ ਦਲਜੀਤ ਦੋਸਾਂਝ ਤੇ ਸਾਰੇ ਉਹਨਾਂ ਨਾਲ ਰਲੇ ਹੋਏ ਨੇ ਜੈਜ਼ੀ ਬੀ ਵਰਗੇ। ਕਿਵੇਂ 3 ਮਹੀਨੇ ਬਾਅਦ ਜਿਹੜਾ ਸਾਡਾ ਨੌਜਵਾਨ ਸੀ ਮਾਨਸਾਲ, ਉਹਦਾ ਮਾਪਿਓ ਨੇ ਵਿਆਹ ਧਰਿਆ ਸੀ, ਉਹ ਤੁਸੀਂ ਉੱਥੇ ਚਾਈਨਾ 'ਚ ਬਾਰਡਰ ਤੇ ਉਹ ਸ਼ਹੀਦ ਹੋਇਆ ਹੈ, ਸਲਾਮ ਆ ਉਹਨਾਂ ਨੂੰ। ਇਸੇ ਤਰੀਕੇ ਗੁਰਦਾਸਪੁਰ ਦਾ, ਪਟਿਆਲੇ ਦਾ, ਤੇ ਇਹ ਨੌਜਵਾਨ ਜਿਹੜੇ ਰੋਜ਼ ਸ਼ਹੀਦ ਹੋ ਕੇ ਆ ਰਹੇ ਆ, ਤੇ ਇਹ ਵੀ ਤਾਂ ਮਾਮਾ ਦੇ ਪੁੱਤ ਨੇ। ਤੁਸੀਂ ਇਹਨਾਂ ਦੇ ਉਲਟ ਜਿਹੜਾ ਇਹ ਦੇਸ਼ ਦੇ ਬਾਹਰ ਬਹਿ ਕੇ ਇਹੋ ਜਿਹੀਆਂ ਤਕਦੀਰਾਂ ਕਰੋ, ਇਹ ਬਰਦਾਸ਼ਤ ਨਹੀਂ ਹੋਣਾ। ਇਹ ਲੜਾਈ ਅਖੀਰ ਤੱਕ ਇਹ ਲੜੀ ਜਾਓ, ਕਿਉਂਕਿ ਜ਼ਿਆਦਾ ਮਹਿਸੂਸ ਤਾਂ ਹੁੰਦਾ, ਆਮ ਕੋਈ ਗੱਲ ਕਰੇ ਤਾਂ ਕਰੇ, ਤੁਹਾਨੂੰ ਤਾਂ ਇਸ ਪੰਜਾਬ ਨੇ ਬਣਾਇਆ, ਇਸ ਪੰਜਾਬ ਦੇ ਨਾਂ ਨਾਲ ਤੁਸੀਂ ਜਾਣੇ ਜਾਂਦੇ ਹੋ, ਇਸ ਪੰਜਾਬੀ ਨਾਲ ਜਾਣੇ ਜਾਂਦੇ ਹੋ, ਤੁਸੀਂ ਇਹਦੇ ਦੁਸ਼ਮਣ ਬਣ ਗਏ। ਇਸ ਕਰਕੇ ਫਿਰ ਮੇਰੀ ਅਖੀਰ ਅਪੀਲ ਆ ਸਾਰੇ ਹੀ ਮੇਰੇ ਯੂਥ ਕਾਂਗਰਸ ਦੇ ਸਾਥੀਆਂ ਨੂੰ, ਇਹ ਦਿਖਾਉਣਾ ਵੀ ਸਾਡਾ ਯੂਥ ਆ ਜਿਹੜਾ ਉਹ ਪੰਜਾਬ ਦੇ ਨਾਲ ਆ, ਆਪਣੇ ਦੇਸ਼ ਨਾਲ ਆ, ਆਪਣੀ ਧਰਤੀ ਨਾਲ ਆ। ਇਹ ਸਰਕਾਰਾਂ ਕਿਸੇ ਦੀਆਂ ਆਉਣੀਆਂ ਜਾਣੀਆਂ, ਚੰਗੇ ਕਮਾੜੇ ਕੰਮ ਕਰਨੇ, ਇਹ ਚੱਲਦਾ ਰਹਿੰਦਾ, ਪਰ ਇਹ ਦੇਸ਼ ਸਾਡਾ ਏ, ਇਹ ਦੇਸ਼ ਸਾਰੇ ਪੰਜਾਬ ਤੇ ਹਿੰਦੁਸਤਾਨੀਆਂ ਦਾ ਏ। ਤੇ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਮੰਡੇ ਤੇ ਟਿਊਜ਼ਡੇ ਦੋਨੋਂ ਦਿਨ ਤੁਸੀਂ ਇਸ ਤੋਂ ਬਚਾ ਕਰਕੇ, ਕਰੋਨਾ ਤੋਂ 2-2 4-4 ਜਾਣੇ 5-5 ਇਕੱਠੇ ਹੋ ਕੇ, ਫਿਰ ਮੈਂ ਬੇਨਤੀ ਕਰਦਾ ਆਪਣੇ ਸਬ ਡਿਵੀਜ਼ਨ ਤੇ ਆਪਣੇ ਪੁਲਿਸ ਸਟੇਸ਼ਨ 'ਚ ਇਹ ਤਕੜੇ ਹੋ ਕੇ ਇਹਨਾਂ ਦੇ ਖਿਲਾਫ ਆਪਣੀ ਸ਼ਿਕਾਇਤ ਆ ਜਿਹੜੀ ਉਹ ਪਰਚਾ ਦਰਜ ਕਰਾਉਣ ਲਈ, FIR ਦਰਜ ਕਰਾਉਣ ਲਈ ਜਿਹੜੀ ਆ ਉਹ ਤੁਸੀਂ ਜ਼ਰੂਰ ਕਰੋ। ਤੇ ਜਥੇਦਾਰ ਸਾਹਿਬ ਵਾਲੀ ਗੱਲ ਆ ਜਿਹੜੀ ਉਹ ਉਹਨਾਂ ਦੇ ਨਾਲ ਮੈਂ ਦੇਖਾਂਗਾ ਵੀ ਕਿਵੇਂ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਉਹਨਾਂ ਤੇ ਦਰਜ ਕਰਾਉਣਾ, ਕੀ ਕਰਨਾ ਹੈ। ਤੇ ਤੁਸੀਂ ਪਰ ਇਹ ਦੋਨਾਂ ਨੂੰ ਇੱਕ ਮੈਸੇਜ ਦੇਣਾ ਹੈ, ਤੇ ਅੱਗੇ ਤੋਂ ਕੋਈ ਹਿੰਮਤ ਨਾ ਕਰ ਸਕੇ ਸਾਡੇ ਦੇਸ਼ ਦੇ ਨਾਲ ਵਿਦਰੋਹ ਕਰਨ ਦੀ ਜਾਂ ਸਾਡੇ ਦੇਸ਼ ਦੇ ਖਿਲਾਫ ਬੋਲਣ ਦੀ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਕਿ ਤੁਸੀਂ ਵੇਖਿਆ ਹੋਣਾ ਥੋੜੇ ਦਿਨ ਪਹਿਲਾਂ ਜੈਜ਼ੀਬੀ ਔਰ ਉਦਮ ਸਿੰਘ ਜੀ ਦੇ ਆਪਣਾ ਕਹਿੰਦੇ ਸਾਡੇ ਐਮਪੀ ਸਾਹਿਬ ਬੜੇ ਸਤਿਕਾਰਯੋਗ ਜੀ ਨੇ ਜਾਣ, ਲੇਕਿਨ ਅਸੀਂ ਇਸ ਚੀਜ਼ ਦੇ ਵਿੱਚ ਬਿਲਕੁਲ ਨਹੀਂ ਪੈਣਾ ਚਾਹੁੰਦੇ। ਅਸੀਂ ਇਸ ਪਰਚਿਆਂ ਦੀ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੁੰਦੇ। ਸਟੇਟ ਏਜੰਸੀਆਂ ਵਾਂ, ਸਟੇਟ ਦੇ ਸਰਕਾਰਾਂ ਵਾਂ, ਉਹ ਇਹ ਚੀਜ਼ਾਂ ਨੂੰ ਵੇਖ ਰਹੀਆਂ, ਉਹ ਇਸ ਚੀਜ਼ ਨੂੰ ਲੈਣ, ਕਿਉਂਕਿ ਯੂਥ ਦੇ ਵਿੱਚ ਇੱਕ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੀ ਹਮੇਸ਼ਾ ਆਪਾਂ ਗੱਲ ਕਰੀਦੀ ਆ। ਆਪਾਂ ਹਮੇਸ਼ਾ ਗੱਲ ਕਰੀਦੀ ਆ ਆਰਟਿਸਟ ਜਿਹੜੇ ਆ, ਸਿੰਗਰ ਲੋਕ ਆ, ਉਹ ਆਪਣੀ ਆਵਾਜ਼ ਨੂੰ ਰੱਖ ਸਕਣ। ਔਰ ਖਾਸ ਕਰਕੇ ਮੈਂ ਕਹੂੰਗਾ ਦਿਲਜੀਤ ਦੋਸਾਂਝ ਜੀ ਨੇ, ਜਿਨ੍ਹਾਂ ਨੇ ਆਪਣਾ ਰੰਗਰੂਟ ਜਿਹੜਾ ਉਹਨਾਂ ਨੇ ਗੀਤ ਗਾਇਆ ਸੀਗਾ, ਉਹ 1984 ਦੇ ਵਿੱਚ ਜੋ ਉੱਥੇ ਹਾਲਾਤ ਸੀਗੇ, ਉਹਦੀ ਇੱਕ ਸੱਚਾਈ ਆ। ਉਸ ਸੱਚਾਈ ਨੂੰ ਨਕਾਰਿਆ ਨਹੀਂ ਜਾ ਸਕਦਾ, ਉਸ ਸੱਚਾਈ ਤੋਂ ਭੱਜਿਆ ਨਹੀਂ ਜਾ ਸਕਦਾ। ਉਹ ਇੱਕ ਕੌੜਾ ਸੱਚ ਆ ਜਿਹੜਾ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ। ਔਰ ਉਹ ਜਿਹੜਾ ਸੱਚ ਆ, ਉਸ ਚੀਜ਼ ਨੂੰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵਾ ਵੀ ਆਪਾਂ ਉਸ ਚੀਜ਼ ਨੂੰ ਡਿਬੇਟ ਰਾਹੀਂ, ਆਪਾਂ ਉਸ ਚੀਜ਼ ਨੂੰ ਲੋਕਾਂ ਵਿੱਚ ਜਾ ਕੇ ਉਹਦੇ ਬਾਰੇ ਗੱਲ ਕਰਕੇ, ਔਰ ਉਹ ਮਸਲਿਆਂ ਨੂੰ ਲੋਕ ਚਰਚਾ ਦੇ ਵਿੱਚ ਜਦ ਤੱਕ ਆਪਾਂ ਅਗਰ ਇਹਨੂੰ ਪਰਚਿਆਂ ਦੀ ਰਾਜਨੀਤੀ ਨਾਲ ਜਾਂ ਇਹਨਾਂ ਨੂੰ ਦਬਾ ਕੇ ਕਰਾਂਗੇ ਤੇ ਇਹਦੇ ਨਾਲ ਇਹ ਚੀਜ਼ ਸੈਂਟੀਮੈਂਟ ਹੋਰ ਉਭਰੂਗਾ, ਇੱਕ ਆਵਾਜ਼ ਦੱਬੀ ਜਾਊਗੀ, ਔਰ ਉਹਦੇ ਨਾਲ ਇਹ ਨਤੀਜਾ ਆਊਗਾ ਅੰਡਰ ਕਰੰਟ ਜਾਂ ਇਹ ਚੀਜ਼ਾਂ ਦਾ ਆਪਣਾ ਕਹਿੰਦੇ ਨੁਕਸਾਨ ਹੋਊਗਾ। ਅਸੀਂ ਕੋਈ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈਗੇ। ਅਸੀਂ ਕੋਈ ਖਾਲਿਸਤਾਨ ਨੂੰ ਜਿਹੜਾ ਇਸ ਚੀਜ਼ ਨੂੰ ਐਂਡਰੋਸ ਕਰਦਾ ਉਹਦੇ ਨਾਲ ਕੋਈ ਹਮਾਇਤੀ ਨਹੀਂ ਹੈਗੇ। ਲੇਕਿਨ ਇਹਦੇ ਨਾਲ ਆਪਾਂ ਨੂੰ ਇਹ ਵੀ ਸਮਝਣਾ ਚਾਹੀਦਾ ਵੀ ਆਹ ਜਿਹੜੇ ਆਰਟਿਸਟ ਆ ਜਾਂ ਸਿੰਗਰ ਆ, ਇਹ ਇਹਦੇ ਕਸੂਰਵਾਰ ਨਹੀਂ ਆ। ਇਹਦਾ ਕਸੂਰਵਾਰ ਕਿਤੇ ਨਾ ਕਿਤੇ ਉਸ ਸਮੇਂ ਅਗਰ ਨੁਕਸਾਨ ਭੋਗਿਆ, ਤੇ ਮੈਂ ਖਾਸ ਤੌਰ ਤੇ ਕਹੂੰਗਾ ਉਦੋਂ ਤੁਸੀਂ ਵੇਖੋਗੇ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਜੀ ਦੀ ਹੱਤਿਆ ਹੋਈ, ਕਿਸ ਤਰੀਕੇ ਨਾਲ ਬੇਅੰਤ ਸਿੰਘ ਪਰਿਵਾਰ ਦੇ ਵਿੱਚ ਆਪਣਾ ਕੀ ਕਹਿੰਦੇ ਉਹਨਾਂ ਦਾ ਨੁਕਸਾਨ ਹੋਇਆ, ਕਿਵੇਂ ਬੇਅੰਤ ਸਿੰਘ ਜੀ ਨੂੰ, ਉਹ ਦੋਵੇਂ ਇੱਕ ਸਿਟਿੰਗ ਪ੍ਰਾਈਮ ਮਿਨਿਸਟਰ ਸੀ, ਇੱਕ ਸਿਟਿੰਗ ਚੀਫ ਮਿਨਿਸਟਰ ਸੀਗੇ, ਕਿਵੇਂ ਉਦੋਂ ਆਹ ਸਭ ਕੁਝ ਨੁਕਸਾਨ ਭੁਗਤੇ, ਪਰਿਵਾਰਾਂ ਨੇ ਭੁਗਤੇ, ਐਮਪੀ ਸਾਹਿਬ ਦੇ ਪਰਿਵਾਰ ਨੇ ਭੁਗਤਿਆ। ਲੇਕਿਨ ਜਿਹੜੇ ਸਿਆਸੀ ਲੋਕਾਂ ਨੇ ਇਹਦੇ ਫਾਇਦੇ ਲਿੱਤੇ ਆ, ਉਹ ਭਾਵੇਂ ਬਾਦਲ ਪਰਿਵਾਰ ਹੋਣ, ਉਹ ਭਾਵੇਂ ਆ ਜਿਨ੍ਹਾਂ ਨੇ ਨਾ ਕੋਈ ਇਹਨਾਂ ਦੇ ਨੁਕਸਾਨ ਹੋਏ, ਇਹਨਾਂ ਦੇ ਪਰਿਵਾਰਾਂ ਨੂੰ ਨਾ ਕੁਝ ਹੋਰ ਹੋਇਆ, ਆਪਣੇ ਮੁੰਡੇ ਵਿਦੇਸ਼ਾਂ 'ਚ ਜਾ ਭੇਜੇ, ਉਹ ਅਟਲ ਸੱਚਾਈਆਂ ਵਾਂ, ਉਹਨਾਂ ਸੱਚਾਈਆਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸੋ ਇਸ ਕਰਕੇ ਸਾਡੀ ਇਹ ਬੇਨਤੀ ਆ ਵੀ ਇਹ ਜੋ ਕੁਝ ਹੋਇਆ ਇਹ ਗਲਤ ਹੋਇਆ। ਅਸੀਂ ਇਹਦੇ ਹੱਕ ਵਿੱਚ ਬਿਲਕੁਲ ਨਹੀਂ ਹੈਗੇ ਖਾਲਿਸਤਾਨ ਦੇ। ਲੇਕਿਨ ਆ ਪਰਚਿਆਂ ਦੀ ਜਿਹੜੀ ਰਾਜਨੀਤੀ ਆ, ਭਾਵੇਂ ਉਹ ਜੈਜ਼ੀਬੀ ਹੋਵੇ, ਭਾਵੇਂ ਉਦਮ ਸਿੰਘ ਹੋਵੇ, ਭਾਵੇਂ ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਆਪਣੀਆਂ ਗੱਲਾਂ ਕਹੀਆਂ ਹੋਣ, ਇਹ ਸਟੇਟ ਏਜੰਸੀਆਂ, ਸਟੇਟ ਸਰਕਾਰਾਂ, ਹੋਰ ਲੋਕ ਵੇਖਣ। ਨੌਜਵਾਨਾਂ ਨੂੰ ਅਗਰ ਆਪਾਂ ਇਸ ਚੀਜ਼ ਦੇ ਵਿੱਚ ਫਸਾਵਾਂਗੇ ਤੇ ਨੌਜਵਾਨਾਂ ਨੂੰ ਇਹ ਨਾ ਪਰਚਿਆਂ ਦੀ ਸਮਝ ਪੈਣੀ ਆ, ਨਾ ਇਸ ਆਈਡੀਓਲੋਜੀ ਦੀ ਸਮਝ ਉਸ ਤਰੀਕੇ ਨਾਲ ਉਹਨਾਂ ਦੇ ਨਜ਼ਰ ਵਿੱਚ ਪੈਣੀ। ਉਲਟਾ ਇੱਕ ਹੋਰ ਹੀ ਗੱਲ ਬਣ ਜਾਣੀ ਆ ਵੀ ਯੂਥ ਜਿਹੜਾ ਵਾ ਉਹ ਕਿਸ ਪਾਸੇ ਨੂੰ ਆਪਾਂ ਉਹ ਗਲਤ ਰਾਹ ਨੂੰ ਜਾਵਾਂਗੇ, ਪਰਚਿਆਂ ਵਾਲੇ ਰਾਹ ਨੂੰ। ਹਾਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਅਸੀਂ ਇਹਨਾਂ ਦਾ ਸਮਰਥਨ ਨਹੀਂ ਕਰਦੇ। ਲੇਕਿਨ ਅਗਰ ਆਪਾਂ ਇਸ ਚੀਜ਼ ਬਾਰੇ ਸੋਚ ਵਿਚਾਰ ਕਰਨੀ, ਆਪਾਂ ਡਿਬੇਟ ਕਰਨੀ ਆ, ਆਪਾਂ ਇਹ ਮੁੱਦਿਆਂ ਨੂੰ ਅਗਰ ਆਪਾਂ ਮੇਨ ਫਰੇਮ ਵਿੱਚ ਲੈ ਕੇ ਆਣਾ, ਤੇ ਇਹਦੇ ਵਾਸਤੇ ਇਹੋ ਜਿਹੇ ਰਵਨੀਤ ਬਾਈ ਵਰਗੇ ਲੀਡਰਾਂ ਨੂੰ ਲੋਕਾਂ ਨਾਲ ਜਾ ਕੇ ਗੱਲਾਂ ਕਰਨੀਆਂ ਚਾਹੀਦੀਆਂ। ਮੁੰਡਿਆਂ ਨਾਲ ਸਾਡੇ ਬਾਰੇ ਉਹਨਾਂ ਰਵਨੀਤ ਐਮਪੀ ਸਾਹਿਬ ਤੋਂ ਗੱਲਾਂ ਕਰਾਵਾਂਗੇ। ਅਸੀਂ ਬੜਾ ਉਹਨਾਂ ਦਾ ਸਤਿਕਾਰ, ਜੋ ਵੀ ਅਸੀਂ ਬਿੱਟੂ ਐਮਪੀ ਸਾਹਿਬ ਦੇ ਅਗੇਂਸਟ ਕੋਈ ਗੱਲ ਕਰ ਰਹੇ ਹਾਂ, ਲੇਕਿਨ ਇਹ ਆਈਡੀਓਲੋਜੀ ਦੀ ਗੱਲ ਆ, ਕਾਂਗਰਸ ਆਈਡੀਓਲੋਜੀ ਦੀ ਗੱਲ ਆ। ਕਾਂਗਰਸ ਆਈਡੀਓਲੋਜੀ ਨੇ ਹਮੇਸ਼ਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਆਪਣਾ ਵਧਾਵਾ ਦਿੱਤਾ ਵਾ। ਲੇਕਿਨ ਆਹ ਜਿਹੜੀ ਮਸਲੇ ਆ, ਆਹ ਜਿਹੜੇ ਮੁੱਦੇ ਆ, ਭਾਵੇਂ ਉਹ 84 ਦਾ ਮੁੱਦਾ ਹੋਵੇ, ਮੈਂ ਫਿਰ ਦੁਬਾਰਾ ਕਹਿੰਦਾ ਉਹ ਇੱਕ ਅਟਲ ਸੱਚਾਈ ਸੀ, ਉਹ ਤੋਂ ਭੱਜਿਆ ਨਹੀਂ ਜਾ ਸਕਦਾ। ਅਗਰ ਕਿਸੇ ਨੇ ਉਹਦੇ ਬਾਰੇ ਕੋਈ ਉਸ ਸਮੇਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਵਾ ਤੇ ਉਹ ਸੱਚ ਆ। ਉਦੋਂ ਮੁੰਡਿਆਂ ਨੇ ਕਈਆਂ ਦੀ ਥਾਂ ਤੇ ਪਿਸਤੌਲ ਚੁੱਕੇ ਗਏ, ਕਈ ਮਾਵਾਂ ਨੇ ਪੁੱਤ ਗਵਾਏ, ਉਹ ਚੀਜ਼ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ। ਲੇਕਿਨ ਅਗਰ ਆਪਾਂ ਉਹਨੂੰ ਪਰਚਿਆਂ ਦੇ ਰਾਹੀਂ ਅਗਰ ਆਪਾਂ ਉਹ ਆਵਾਜ਼ਾਂ ਨੂੰ ਦਬਾਵਾਂਗੇ ਤੇ ਮੁੰਡਿਆਂ ਦੇ ਵਿੱਚ ਇਹਦਾ ਸੈਂਟੀਮੈਂਟ ਹੋਰ ਭੜਕੂਗਾ, ਮੁੰਡਿਆਂ ਦੇ ਵਿੱਚ ਇਹਦੇ ਵਾਸਤੇ ਆਪਣਾ ਕੀ ਕਹਿੰਦੇ ਇੱਕ ਹੋਰ ਨੌਜਵਾਨਾਂ ਦੇ ਵਿੱਚ ਇਸ ਚੀਜ਼ ਵੱਲ, ਕਿਉਂਕਿ ਅਗਰ ਆਪਾਂ ਇੱਕ ਚੀਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਹਾਂ, ਉਨੀ ਤਰੀਕੇ ਨਾਲ ਬਾਉਂਸ ਬੈਕ ਕਰਦੀ ਆ। ਇਹਨੂੰ ਦੱਬਣਾ ਚਾਹੁੰਦੇ ਆ ਤੇ ਇਹਨੂੰ ਆਪਾਂ ਪਰਚਿਆਂ ਦੀ ਰਾਜਨੀਤੀ ਛੱਡ ਕੇ ਆਪਾਂ ਇਹਨੂੰ ਇੱਕ ਤਰ੍ਹਾਂ ਤੋਂ ਡਿਬੇਟ ਦੀ ਰਾਜਨੀਤੀ, ਇਹਦੇ ਨਾਲ ਆਪਾਂ ਗੱਲਾਂ ਬਾਤਾਂ ਇਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਆ ਵੀ ਹਾਂ ਇਹਦਾ ਨੁਕਸਾਨ ਕੀ ਆ ਪੰਜਾਬ ਨੂੰ, ਇਹਦਾ ਫਾਇਦਾ ਕੀ ਆ ਪੰਜਾਬ ਨੂੰ, ਇਹਦੇ ਨਾਲ ਕੋਈ ਨੌਕਰੀਆਂ ਨਹੀਂ ਨਿਕਲਿਆ। ਉਸ ਸਮੇਂ ਨੂੰ ਆਪਾਂ ਉਸ ਚੀਜ਼ ਨੂੰ ਆਪਾਂ ਨਕਾਰ ਨਹੀਂ ਸਕਦੇ। ਲੇਕਿਨ ਉਹਦਾ ਅੱਜ ਇਸ ਸਮੇਂ ਦੇ ਵਿੱਚ ਜਿਹੜਾ ਨੌਜਵਾਨਾਂ 'ਚੋਂ ਸੈਂਟੀਮੈਂਟ ਆ, ਉਹਨਾਂ ਨੂੰ ਉਹਦੇ ਬਾਰੇ ਐਜੂਕੇਟ ਕਰਨ ਦੀ ਲੋੜ ਆ, ਉਸ ਸੈਂਟੀਮੈਂਟ ਦੇ ਫਾਇਦੇ ਨੁਕਸਾਨ ਦੱਸਣ ਦੀ ਲੋੜ ਆ। ਲੇਕਿਨ ਅਗਰ ਆਪਾਂ ਇਹਨੂੰ ਪਰਚਿਆਂ ਦੀ ਰਾਜਨੀਤੀ ਵੱਲ ਲੈ ਕੇ ਜਾਵਾਂਗੇ ਤੇ ਮੇਰੇ ਹਿਸਾਬ ਨਾਲ ਉਹ ਗਲਤ ਮੈਸੇਜ ਜਾਊਗਾ ਯੂਥ ਨੂੰ, ਔਰ ਇੱਕ ਗਲਤ ਸਿਸਟਮ ਬਣੂਗਾ ਯੂਥ ਵਾਸਤੇ। ਔਰ ਇਸ ਦੇ ਬਾਰੇ ਹੋਰ ਨੌਜਵਾਨ ਇਹਦੇ ਬਾਰੇ ਅੱਗੇ ਵੱਧ ਕੇ ਇਹਦੇ ਬਾਰੇ ਗੱਲਾਂ ਕਰਨਗੇ। ਔਰ ਜਿਹੜਾ ਮਕਸਦ ਨਾਲ ਐਮਪੀ ਸਾਹਿਬ ਨੇ ਇਹ ਗੱਲ ਕਹੀ ਆ ਬਿੱਟੂ ਜੀ ਨੇ, ਉਹ ਮਕਸਦ ਹੱਲ ਨਹੀਂ ਹੋਊਗਾ। ਅਸੀਂ
ਉਹਨਾਂ ਦੇ ਪਰਿਵਾਰ ਦੀ ਜਿਹੜੀ ਉਹਨਾਂ ਦੀ ਕੁਰਬਾਨੀ ਆ ਪਾਰਟੀ ਵਾਸਤੇ, ਉਹਦਾ ਵੀ ਸਤਿਕਾਰ ਕਰਦੇ ਆ। ਉਹਨਾਂ ਦੀ ਜੋ ਲੀਡਰਸ਼ਿਪ ਆ ਅਸੀਂ ਉਹਦਾ ਵੀ ਮਾਣ ਸਤਿਕਾਰ ਰੱਖਦੇ ਆ। ਸਾਡੀ ਉਹਨਾਂ ਨੂੰ ਵੇਖ ਕੇ ਹੀ ਅਸੀਂ ਯੂਥ ਕਾਂਗਰਸ ਵਿੱਚ ਆਏ ਸੀ, ਉਹਨਾਂ ਨੂੰ ਵੇਖ ਕੇ ਹੀ ਅਸੀਂ ਆਪਣਾ ਕੀ ਕਹਿੰਦੇ ਯੂਥ ਕਾਂਗਰਸ ਦੇ ਵਿੱਚ ਆਪਣਾ ਚੱਲਣਾ ਸਿੱਖਿਆ। ਲੇਕਿਨ ਇਸ ਗੱਲ ਨਾਲ ਅਸੀਂ ਉਹਨਾਂ ਦੇ ਇਤਫਾਕ ਆਪਣੇ ਲੈਵਲ ਦੇ ਉੱਤੇ ਚਾਹੇ ਉਹ ਦੇ ਸਕਦਾ ਵਾ, ਲੇਕਿਨ ਓਫੀਸ਼ੀਅਲੀ ਪੰਜਾਬ ਯੂਥ ਕਾਂਗਰਸ ਨਾ ਕੋਈ ਕੰਪਲੇਂਟ ਦਊਗੀ, ਨਾ ਕੰਮ ਆ ਉਹ ਨੋਗੇਟ ਕਰਨਾ, ਉਸ ਸੈਂਟੀਮੈਂਟ ਨੂੰ ਜ਼ਿਆਦਾ ਅੱਗੇ ਨਾ, ਮਤਲਬ ਅਗਰ ਕੋਈ ਗਲਤ ਸੈਂਟੀਮੈਂਟ ਆ ਉਹਦੇ ਬਾਰੇ ਡਿਬੇਟ ਕਰਨੀ ਔਰ ਉਸ ਲੋਕਾਂ ਨੂੰ, ਨੌਜਵਾਨਾਂ ਨੂੰ ਸਹੀ ਰਾਹ ਤੇ ਪਾਉਣਾ। ਸੋ ਸਾਡੀ ਇਹੀ ਕੋਸ਼ਿਸ਼ ਆ ਵੀ ਅਸੀਂ ਇਹ ਪਰਚਿਆਂ ਦੀ ਰਾਜਨੀਤੀ 'ਚ ਨਹੀਂ ਪੈਣਾ, ਨਾ ਅਸੀਂ ਇਸ ਪਾਸੇ ਨੂੰ ਜਾਣਾ ਅਨਲੈਸ ਕੋਈ ਇਹੋ ਜਿਹਾ ਵਾਧੂ ਘਾਟੂ ਚੀਜ਼ ਹੋਈ ਹੋਵੇ ਜਿਹਦੇ ਨਾਲ ਮਤਲਬ ਮੰਨ ਲਓ ਬਹੁਤ ਜ਼ਿਆਦਾ ਨੁਕਸਾਨ ਹੋਣ ਜਾ ਰਿਹਾ, ਜਾਂ ਕੋਈ ਇਹੋ ਜਿਹਾ ਸੈਂਟੀਮੈਂਟ ਭੜਕ ਰਿਹਾ ਹੋਵੇ। ਇਹ ਨੌਜਵਾਨ ਸਮਝਦਾਰ ਆ, ਨੌਜਵਾਨ ਅਗਰ ਸੁਣ ਰਹੇ ਆ ਤੇ ਨੌਜਵਾਨ ਹਰ ਚੀਜ਼ ਨੂੰ ਸੁਣ ਰਹੇ ਆ। ਅਗਰ ਕੋਈ ਇਹਨਾਂ ਦੇ ਪੱਖ ਵਿੱਚ ਗਾਣਾ ਗਾ ਰਹੇ ਆ, ਹੋਣਾ ਚਾਹੀਦਾ ਜਿਹੜੇ ਪੰਜਾਬ ਦੇ ਹੱਕ ਵਿੱਚ ਗਾਣੇ ਗਾਣ, ਜਿਹੜੇ ਪੰਜਾਬ ਚਾਹੀਦਾ। ਅਗਰ ਆਰਟਿਸਟ ਦੇ ਉੱਤੇ ਆਪਾਂ ਪਰਚੇ ਕਰਾਂਗੇ ਤੇ ਫਿਰ ਆਰਟਿਸਟਿਕ ਫਰੀडम ਔਰ ਇਹ ਸਾਰੀਆਂ ਗੱਲਾਂ ਦਾ ਨੁਕਸਾਨ ਹੋਊਗਾ। ਸੋ ਇਸ ਕਰਕੇ ਮੈਂ ਸਾਰੇ ਯੂਥ ਕਾਂਗਰਸ ਨੂੰ ਔਰ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਵਾਂ ਵੀ ਆਪਾਂ ਇਸ ਚੀਜ਼ ਤੋਂ ਥੋੜਾ ਜਿਹਾ ਪਰੇ ਹੋ ਕੇ ਆਪਾਂ ਇਹਦੇ ਬਾਰੇ ਡਿਬੇਟ ਜ਼ਰੂਰ ਕਰ ਸਕਦੇ ਹਾਂ, ਆਪਾਂ ਇਹਦੇ ਬਾਰੇ ਗੱਲ ਜ਼ਰੂਰ ਕਰ ਸਕਦੇ ਹਾਂ, ਲੇਕਿਨ ਆਪਾਂ ਇਹ ਪਰਚਿਆਂ ਦੀ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੀਦਾ। ਇਹ ਸਾਡੇ ਵੱਡੇ ਸਤਿਕਾਰਯੋਗ ਕਰਨ, ਸਾਡੇ ਐਮਐਲਏ ਸਾਹਿਬਾਨ ਕਰਨ, ਸਾਡੇ ਮੰਤਰੀ ਸਾਹਿਬਾਨ ਕਰਨ, ਸਾਡੀ ਪਾਰਟੀ ਦਾ ਜੋ ਫੈਸਲਾ ਹੋਊਗਾ ਉਹ ਮੰਨਾਂਗੇ। ਲੇਕਿਨ ਅੱਜ ਦੇ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਕਲੈਰਿਟੀ ਆ, ਯੂਥ ਕਾਂਗਰਸ ਕੋਈ ਪਰਚਾ ਨਹੀਂ ਕਰਾਊਗੀ, ਯੂਥ ਕਾਂਗਰਸ ਕੋਈ ਕੰਪਲੇਂਟ ਨਹੀਂ ਦਊਗੀ। ਜੇ ਕੋਈ ਦੇਣਾ ਚਾਹੁੰਦਾ ਉਹ ਨਿੱਜੀ ਤੌਰ ਤੇ ਆਪਣੀ ਕੰਪਲੇਂਟ ਦੇ ਸਕਦਾ ਜੇ ਕਿਸੇ ਦੇ ਸੈਂਟੀਮੈਂਟ ਹਰਟ ਹੋਇਆ, ਲੇਕਿਨ ਓਫੀਸ਼ੀਅਲੀ ਪਾਰਟੀ ਦੇ ਵਿੱਚ ਨਾ ਅਸੀਂ ਇਸ ਦੇ ਉੱਤੇ ਕੋਈ ਪਰਚਾ ਦੇਣਾ ਚਾਹੁੰਦੇ ਹਾਂ ਔਰ ਨਾ ਹੀ ਅਸੀਂ ਇਸ ਚੀਜ਼ ਨੂੰ ਕਿਤੇ ਅੱਗੇ ਵਧਾਉਣਾ ਚਾਹੁੰਦੇ ਹਾਂ। ਇਹ ਜਿਹੜਾ ਸੈਂਟੀਮੈਂਟ ਆ, ਮੈਂ ਫਿਰ ਦੁਬਾਰਾ ਕਹਿ ਦਿੰਦਾ, 1984 ਦਾ ਜਿਹੜਾ ਲੱਗਦਾ ਇਹ ਇੱਕ ਕੌੜਾ ਸੱਚ ਆ। ਇਹਦੇ ਬਾਰੇ ਲੋਕਾਂ ਨੂੰ ਆ ਕੇ ਜੋ ਉਦੋਂ ਧੱਕੇ ਹੋਏ, ਜੋ ਧੱਕੇਸ਼ਾਹੀਆਂ ਹੋਈਆਂ, ਉਹਦੇ ਬਾਰੇ ਜ਼ਰੂਰ ਗੱਲ ਕੀਤੀ ਜਾ ਸਕਦੀ ਆ। ਲੇਕਿਨ ਇਹ ਵੀ ਨਾਲ ਦੱਸਣਾ ਚਾਹੀਦਾ ਵੀ ਕਿਹੜੇ ਸਿਆਸੀ ਪਰਿਵਾਰਾਂ ਨੂੰ ਇਸ ਚੀਜ਼ ਦਾ ਲਾਭ ਮਿਲਿਆ। ਅਗਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸ ਟਾਈਮ ਅਸਤੀਫੇ ਨਾ ਦਿੱਤੇ ਹੁੰਦੇ ਤੇ ਅੱਜ ਉਹਨਾਂ ਦਾ ਉਹ ਰੁਤਬਾ ਨਾ ਹੁੰਦਾ। ਅਗਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਦੋਂ ਕਿਤੇ ਸਿੱਖਾਂ ਤੇ ਭੀੜ ਪਈ ਆ ਉਦੋਂ ਉਹਦੇ ਇਸ ਮਸਲੇ ਤੇ ਗੱਲ ਕੀਤੀ ਆ। ਮਨਮੋਹਨ ਸਿੰਘ ਜੀ ਨੇ ਆ ਕੇ ਇੱਥੇ ਉਹਦੇ ਬਾਰੇ ਮਾਫੀ ਮੰਗੀ ਆ, ਆਪਣਾ ਰਾਹੁਲ ਗਾਂਧੀ ਜੀ ਨੇ ਇਹਦੇ ਬਾਰੇ ਮਾਫੀ ਮੰਗੀ ਆ। ਲੇਕਿਨ ਆਹ ਚੀਜ਼ਾਂ ਵਾਂ ਜਿਹੜੀ ਇਹ ਕਾਂਗਰਸ ਦੀ ਆਈਡੀਓਲੋਜੀ ਆ, ਜਿਹੜੀ ਇਸ ਚੀਜ਼ ਨੂੰ ਸਮਝਦੇ ਆ। ਲੇਕਿਨ ਅਗਰ ਆਪਾਂ ਇਹ ਕਹੀਏ ਵੀ ਹਾਂ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਆਵਾਜ਼ ਦਬਾਈਏ ਸਰਕਾਰੀ ਏਜੰਸੀ ਸਰਕਾਰ ਦੇ ਰਾਹੀਂ ਜਾਂ ਇਹ ਰਾਹੀਂ, ਇਹਦੇ ਨਾਲ ਮੈਸੇਜ ਗਲਤ ਜਾਊਗਾ ਔਰ ਨੌਜਵਾਨ ਜਿਹੜਾ ਵਾ ਇਸ ਬਾਰੇ ਹੋਰ ਭੜਕੂਗਾ। ਸੋ ਇਹੀ ਗੱਲਾਂ ਕਰਦਾ ਹੋਇਆ ਮੈਂ ਤਾਂ ਸਿਰਫ ਅਖੀਰ ਦੇ ਵਿੱਚ ਮੇਰੇ ਸਾਥੀ ਨੇ ਇੱਕ ਬੇਨਤੀ ਕੀਤੀ, ਜ਼ਰੂਰ ਅਪੀਲ ਕਰ ਦੇਣੀ ਚਾਹੀਦੀ ਆ। ਮੈਂ ਫਿਰ ਇਹ ਕਹਿ ਰਿਹਾ ਵੀ ਅਸੀਂ ਇਸ ਸਟਾਂਸ ਦੇ ਨਾਲ ਨਹੀਂ, ਅਸੀਂ ਖਾਲਿਸਤਾਨ ਦੇ ਕੋਈ ਇਸ ਸੈਂਟੀਮੈਂਟ ਦੇ ਆਪਣਾ ਕਹਿੰਦੇ ਅਸੀਂ ਇਹ ਨਾਲ ਸਹਾਨੂਭੂਤੀ ਨਹੀਂ ਰੱਖਦੇ, ਨਾ ਅਸੀਂ ਇਸ ਸੈਂਟੀਮੈਂਟ ਨੂੰ ਕਿਤੇ ਅਸੀਂ ਇਸ ਚੀਜ਼ ਨੂੰ ਨੌਜਵਾਨਾਂ ਵਿੱਚ ਇਹ ਗੱਲ ਕਰਦੇ ਹਾਂ। ਲੇਕਿਨ ਜਿਹੜਾ ਮਸਲਾ ਇਹ ਆ ਵੀ ਇਹ ਦੇਖੋ ਵੀ ਇਸ ਚੀਜ਼ਾਂ ਤੋਂ ਸਿਆਸੀ ਲਾਭ ਕਿਹਨਾਂ ਨੂੰ ਮਿਲੇ। ਤੁਸੀਂ ਵੇਖੋ 84 ਤੋਂ ਅੱਜ ਤੱਕ ਜੋ ਕੁਝ ਹੋਇਆ ਉਹਦੇ ਬਾਰੇ ਅਗਰ ਕਿਤੇ ਗੱਲਾਂ ਕੀਤੀਆਂ ਤੇ ਉਹਦੇ ਸਿਆਸੀ ਲਾਭ ਕੌਣ ਲੈ ਕੇ ਗਿਆ। ਸਭ ਤੋਂ ਵੱਧ ਅਗਰ ਕਿਸੇ ਨੇ ਸਿਆਸੀ ਲਾਭ ਲਿੱਤਾ ਤੇ ਉਹ ਅਕਾਲੀ ਦਲ ਨੇ ਲਿੱਤਾ ਔਰ ਅੱਜ ਉਸੇ ਦਾ ਨਤੀਜਾ ਵਾ ਉਹਨਾਂ ਦੇ ਪਰਿਵਾਰਾਂ ਦੇ ਉੱਤੇ। ਆਪ ਤਾਂ ਉਦੋਂ ਫਾਰਮ ਹਾਊਸਾਂ ਤੇ ਬਹਿ ਗਏ, ਆਪ ਤਾਂ ਉੱਪਰ ਜਾ ਕੇ ਕੀ ਕਹਿੰਦੇ ਉੱਥੇ ਵਿਦੇਸ਼ਾਂ 'ਚ ਭੇਜਿਆ ਉਹਦਾ ਪੰਜਾਬ ਦੀ ਜਵਾਨੀ। ਪਹਿਲਾਂ ਇਹਨਾਂ ਨੇ ਅੱਤਵਾਦ ਰਾਹੀਂ ਮਾਰੀ, ਬਾਅਦ 'ਚ ਇਹਨਾਂ ਨੇ ਨਸ਼ੇ ਰਾਹੀਂ ਮਾਰੀ। ਸੋ ਇਹ ਚੀਜ਼ਾਂ ਬਾਰੇ ਐਜੂਕੇਟ ਕਰਨ ਦੀ ਲੋੜ ਆ, ਇਹ ਚੀਜ਼ਾਂ ਬਾਰੇ ਨੌਜਵਾਨਾਂ ਨੂੰ ਦੱਸ ਰਹੀ ਦੀ। ਲੇਕਿਨ ਪਰਚੇ ਦੇਣ ਵਾਲੀ ਰਾਜਨੀਤੀ 'ਚੋਂ ਅਸੀਂ ਪਾਸੇ ਰਹਿਣਾ ਚਾਹੁੰਦੇ ਹਾਂ। ਸਾਡੇ ਐਮਪੀ ਸਾਹਿਬ ਬਹੁਤ ਸਤਿਕਾਰਯੋਗ ਆ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਹਮੇਸ਼ਾ ਉਹਨਾਂ ਦੇ ਨਾਲ ਚੱਲਾਂਗੇ। ਉਹਨਾਂ ਦੇ ਵਾਸਤੇ ਨਾਅਰੇ ਮਾਰਨੇ ਪਏ ਉਹ ਵੀ ਮਾਰਾਂਗੇ, ਲੇਕਿਨ ਆਹ ਸੈਂਟੀਮੈਂਟ ਨਾਲ ਅਸੀਂ ਉਹਨਾਂ ਦਾ ਇਤਫਾਕ ਨਹੀਂ ਰੱਖਦੇ, ਕਿਉਂਕਿ ਅਫੀਸ਼ੀਅਲ ਲਾਈਨ ਜਿਹੜੀ ਆ ਯੂਥ ਕਾਂਗਰਸ ਦੀ ਉਹ ਇਸ ਪਾਸੇ ਨੂੰ ਆਰਟਿਸਟਿਕ ਫਰੀडम ਨੂੰ, ਸਪੀਚ ਆਫ ਐਕਸਪ੍ਰੈਸ਼ਨ ਨੂੰ ਜਿਹੜਾ ਇਸ ਤਰੀਕੇ ਨਾਲ ਜਿਹੜਾ ਸਪੈਸ਼ਲੀ ਸੈਂਸਰ ਬੋਰਡ ਤੋਂ ਵੀ ਪਾਸ ਹੋਇਆ ਹੋਵੇ ਉਹਦੇ ਨਾਲ ਅਸੀਂ ਇਤਫਾਕ ਨਹੀਂ ਰੱਖਦੇ। ਸਰਕਾਰੀ ਏਜੰਸੀਆਂ ਜਾਂ ਇਹ ਸਭ ਉਸ ਚੀਜ਼ ਨੂੰ ਆਪਣਾ ਦੇਖ ਸਕਦੀਆਂ ਵਾ, ਉਹ ਆਪਣੇ ਫੈਸਲੇ ਕਰਨ। ਲੇਕਿਨ ਪੰਜਾਬ ਯੂਥ ਕਾਂਗਰਸ ਇਸ ਫੈਸਲੇ ਤੋਂ ਆਪਣਾ ਸਮਰਥਨ ਨਹੀਂ ਰੱਖਦੀ ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਨੌਜਵਾਨਾਂ ਨੂੰ ਇਹਦੇ ਬਾਰੇ ਫਾਇਦੇ ਨੁਕਸਾਨ ਦੱਸ ਸਕੀਏ ਵੀ ਹਾਂ ਆਹ ਚੀਜ਼ਾਂ ਨਾਲ ਆਹ ਚੀਜ਼ ਨੁਕਸਾਨ ਹੁੰਦਾ ਵਾ। ਅਗਰ ਆਪਾਂ ਆਈਡੀਓਲੋਜੀ ਦੀ ਗੱਲਾਂ ਕਰਨੀਆਂ ਤਾਂ ਆਪਾਂ ਉਹਦੇ ਬਾਰੇ ਕਰੀਏ। ਇਹੀ ਮੇਰੀ ਅਪੀਲ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।